ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਕੁਝ ਗੱਲ ਕਰਾਂਗੇ ਪੰਜਾਬ ਦੇ ਖਜ਼ਾਨੇ ਦੀ ਹੋ ਰਹੀ ਲੁੱਟ ਖਸੁੱਟ ਤੇ ਪੰਜਾਬ ਦੀਆਂ ਜ਼ਮੀਨਾਂ ਦੀ ਹੋ ਰਹੀ ਲੁੱਟ ਖਸੁੱਟ। ਪੰਜਾਬ ਦੇ ਇਹ ਜਿਹੜੇ ਪੰਜਾਬ ਦੇ ਪਿੰਡਾਂ ਨੂੰ ਆਉਂਦੇ ਪੈਸੇ ਆ ਉਹ ਕਿਵੇਂ ਖਾਧੇ ਜਾ ਰਹੇ ਨੇ। ਇਹਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਕੁਝ ਰਿਪੋਰਟਾਂ ਹੋ ਸਕਦਾ ਕਿ ਸੁਣੀਆਂ ਹੋਣ। ਪਟਿਆਲਾ ਡਿਸਟ੍ਰਿਕਟ ਦੇ ਵਿੱਚ ਤਹਿਸੀਲ ਪੈਂਦੀ ਆ ਰਾਜਪੁਰਾ, ਉਹਦੇ ਨੇੜੇ ਪੈਂਦੇ ਕੋਈ 13 ਦੇ ਕਰੀਬ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਆਈਟੀ ਪਾਰਕ ਦੇ ਨਾਂ ਦੇ ਹੇਠ ਅਕਵਾਇਰ ਕੀਤੀ ਜਾਂਦੀ ਹੈ। ਔਰ ਇਸ ਆਈਟੀ ਪਾਰਕ ਦੀ ਜ਼ਮੀਨ ਜਿਹੜੀ ਆ ਉਹ ਪਿੰਡਾਂ ਦੀਆਂ ਪੰਚਾਇਤਾਂ ਦੀ ਅਕਵਾਇਰ ਕੀਤੀ ਜਾਂਦੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 2002 ਤੋਂ ਲੈ ਕੇ 7 ਤੱਕ ਸਰਕਾਰ ਆਈ ਸੀ ਤਾਂ ਉਹਨਾਂ ਨੇ SEZ ਦੇ ਤਹਿਤ ਜ਼ਮੀਨ ਅਕਵਾਇਰ ਕੀਤੀ ਸੀ, ਸਪੈਸ਼ਲ ਇਕਨੋਮਿਕ ਜ਼ੋਨ। ਇਸ ਵਾਰੀ ਜਦੋਂ ਉਹਨਾਂ ਦੀ ਸਰਕਾਰ ਆਈ 2017 ਦੇ ਵਿੱਚ ਤਾਂ ਉਹਨਾਂ ਨੇ ਕੀ ਕੀਤਾ, ਪੰਚਾਇਤਾਂ ਦੀਆਂ ਜ਼ਮੀਨਾਂ ਉਹ ਕਹਿੰਦੇ ਕਿ ਅਸੀਂ ਇੰਡਸਟਰੀ ਨੂੰ ਦੇਵਾਂਗੇ। ਇਹ ਪੰਚਾਇਤਾਂ ਦੀਆਂ ਜ਼ਮੀਨਾਂ ਹੜੱਪਣ ਦੀ ਇੱਕ ਕੋਸ਼ਿਸ਼ ਸੀਗੀ। ਹੋ ਸਕਦਾ, ਮੈਨੂੰ ਪੂਰੀ ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਹੋ ਸਕਦਾ ਇੱਕ ਤੋਂ ਵੱਧ ਵੀਡੀਓ ਜਿਹੜੀਆਂ ਉਹ ਕਰਨੀਆਂ ਪੈਣ ਤੁਹਾਨੂੰ ਸਮਝਾਉਣ ਦੇ ਵਾਸਤੇ ਕਿ ਕਿਵੇਂ ਪੈਸੇ ਖਾਧੇ ਜਾ ਰਹੇ ਆ ਜਾਂ ਖਾਧੇ ਗਏ, ਹੜੱਪ ਕਰ ਲਏ ਗਏ ਪੈਸੇ। ਇਹਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਸੀ ਉਹ ਅਕਵਾਇਰ ਹੋ ਗਈ। ਅਕਵਾਇਰ ਹੋ ਕੇ, ਕਿਉਂਕਿ ਅਕਵਾਇਰ ਸਿਰਫ ਇਹਦੇ ਵਾਸਤੇ ਨਹੀਂ ਹੋਈ, ਜਿਹੜੇ ਕਈਆਂ ਮਾਮਲਿਆਂ ਦੇ ਉੱਤੇ ਜਿਹੜੀ ਉਹ ਹੋਈ ਕਿਉਂਕਿ ਮੇਰੇ ਕੋਲ ਕੁਝ ਪੇਪਰ ਨੇ, ਕੁਝ ਨਹੀਂ ਥੱਬਾ ਇੱਕ, ਐਟਲੀਸਟ ਜੇ ਮੈਂ ਤੁਹਾਨੂੰ ਗਿਣਤੀ 'ਚ ਦੱਸਣਾ ਹੋਵੇ ਤੇ ਘੱਟੋ ਘੱਟ 500 ਤੋਂ ਲੈ ਕੇ 800 ਤੱਕ ਪੇਪਰ ਹੈ, ਜਿਹੜਾ ਕਿ ਬਹੁਤ ਸਾਰਾ ਕੁਝ ਜਿਹੜਾ ਉਹ ਕਹਿੰਦਾ ਕਿ ਇਹ ਐਕਚੁਅਲੀ ਹੋਇਆ ਕੀ ਆ। ਐਡਾ ਵੱਡਾ ਧੱਕਾ ਇਹ ਇਹਨਾਂ ਪਿੰਡਾਂ ਦੇ ਨਾਲ ਹੋਇਆ। ਪਿੰਡਾਂ ਦੀ ਜਿਹੜੀ ਇਹ ਜ਼ਮੀਨ ਆ ਇਹ ਅਕਵਾਇਰ ਕੀਤੀ ਗਈ ਆਈਟੀ ਜਿਹੜਾ ਪਾਰਕ ਬਣਨਾ ਉਹਦੇ ਵਾਸਤੇ। ਅੱਛਾ, ਜਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ, ਜਿੱਥੋਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਉਂਦਾ ਕਿ ਕੁਝ ਸਰਪੰਚ ਮੁਅੱਤਲ ਕੀਤੇ ਜਾਂਦੇ ਆ। ਪੰਜਾਬ ਸਰਕਾਰ ਇੱਕ ਨੋਟਿਸ ਜਿਹੜਾ ਉਹ ਜਾਰੀ ਕਰਦੀ ਆ। ਉਹ ਇਹ ਕਹਿੰਦੀ ਆ ਕਿ ਬਲਾਕ ਸ਼ੰਭੂ ਕਲਾਂ ਡਿਸਟ੍ਰਿਕਟ ਪਟਿਆਲਾ ਦੀਆਂ 5 ਗ੍ਰਾਮ ਪੰਚਾਇਤਾਂ ਸੇਰਾ, ਸੇਰੀ, ਪਬਰਾ, ਆਕੜੀ, ਤਖਤੂ ਮਾਜਰਾ ਦੇ ਸਰਪੰਚਾਂ ਦੇ ਵੱਲੋਂ ਸ਼ਾਮਲਾਟ ਜ਼ਮੀਨ ਦੀ ਵੇਚ ਤੋਂ ਪ੍ਰਾਪਤ ਹੋਈ ਆਮਦਨ ਤੇ ਪੰਚਾਇਤ ਸਮਿਤੀ ਸ਼ੰਭੂ ਕਲਾਂ ਦੇ ਵੱਲੋਂ ਸਕੱਤਰ ਵੇਜਸ ਨੂੰ ਪ੍ਰਾਪਤ ਰਕਮ ਨੂੰ ਨਿਯਮਾਂ ਤੇ ਵਿਧਾਇਕ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਅਧੀਨ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ। ਅੱਛਾ, ਇਹ ਇੱਥੇ ਕੰਮ ਨਹੀਂ ਜਿਹੜਾ ਜੀ ਉਹ ਰੁਕਦਾ। ਸਰਪੰਚ ਨਹੀਂ ਸਿਰਫ ਜਿਹੜਾ ਇਹਦੇ ਵਿੱਚ ਮੁਅੱਤਲ ਕੀਤੇ ਜਾਂਦੇ, ਬਲਕਿ ਕੁਝ ਜਿਹੜੇ ਹੋਰ ਸਰਕਾਰੀ ਮੁਲਾਜ਼ਮ ਨੇ ਉਹ ਮੁਅੱਤਲ ਇਹਦੇ ਵਿੱਚ ਕੀਤੇ ਜਾਂਦੇ ਆ। ਇਹਦੇ ਵਿੱਚ ਜਿਹੜੇ ਸਰਪੰਚਾਂ ਦੇ ਨਾਮ ਤਾਂ ਆਉਂਦੇ ਹੀ ਆ, ਪਰ ਇਹਦੇ ਨਾਲ ਨਾਲ ਕੁਝ ਅਫਸਰਾਂ ਦੇ ਜਿਹੜੇ ਨਾਮ ਨੇ ਉਹ ਵੀ ਇਹਦੇ ਵਿੱਚ ਆਉਂਦੇ ਆ। ਸ਼੍ਰੀਮਤੀ ਦਲਾਵਰ ਕੌਰ ਨੇ ਜਿਹੜੇ ਡਿਸਟ੍ਰਿਕਟ ਵਿਕਾਸ ਤੇ ਪੰਚਾਇਤ ਅਫਸਰ ਨੇ, ਉਹ ਇੱਕ ਚਿੱਠੀ ਜਾਰੀ ਕਰਦੇ ਆ 24/2/2022 ਨੂੰ। ਔਰ ਉਹ ਇਹ ਕਹਿੰਦੇ ਆ ਕਿ ਪੰਜਾਬ ਦੇ ਰਾਜਪਾਲ ਦੀ ਆਗਿਆ ਦੇ ਅਨੁਸਾਰ ਉਹ ਇਹ ਚਿੱਠੀ ਜਾਰੀ ਕਰ ਰਹੇ ਆ ਕਿ ਹੁਕਮ ਦਿੱਤਾ ਜਾਂਦਾ ਇਸ ਪੱਤਰ ਦੇ ਰਾਹੀਂ ਕਿ 21 ਦਿਨਾਂ ਦੇ ਅੰਦਰ ਅੰਦਰ ਲਿਖਤੀ ਰੂਪ ਦੇ ਵਿੱਚ ਦੱਸਿਆ ਜਾਵੇ ਕਿ ਉਹ ਇਹਦੇ ਬਾਰੇ ਜਿਹੜੇ ਦੋਸ਼ ਲਾਏ ਗਏ ਆ ਉਹ ਉਹਨਾਂ ਨੂੰ ਮੰਨਦੇ ਆ ਜਾਂ ਨਹੀਂ। ਦੋਸ਼ ਕੀ ਨੇ? ਦੋਸ਼ ਜਿਹੜੇ ਉਹ ਬੜੇ ਗੰਭੀਰ ਨੇ। ਦੋਸ਼ ਇਹ ਨੇ ਕਿ ਜਿਹੜਾ ਪੈਸਾ ਆਇਆ ਅਕਾਊਂਟ ਦੇ ਵਿੱਚ ਪੰਚਾਇਤਾਂ ਦਾ, ਤੁਹਾਨੂੰ ਥੋੜਾ ਜਿਹਾ ਸਮਝਣਾ ਪਊਗਾ। ਪੰਚਾਇਤਾਂ ਦਾ ਪੈਸਾ ਆਉਂਦਾ ਅਕਾਊਂਟਾਂ ਦੇ ਵਿੱਚ, ਉਹ ਪੈਸਾ ਹੜੱਪਣ ਦੇ ਵਾਸਤੇ ਕੁਝ ਕਾਗਜ਼ੀ ਜਿਹੜੇ ਨੇ ਉਹ ਪ੍ਰੋਜੈਕਟ ਸ਼ੁਰੂ ਕੀਤੇ ਜਾਂਦੇ ਆ। ਕਾਗਜ਼ੀ ਪ੍ਰੋਜੈਕਟ, ਥੋੜਾ ਜਿਹਾ ਪਿੱਛੇ ਜਾਣਾ ਹੋਰ, ਜਿਹੜੇ MLA ਨੇ ਘਨੌਰ ਦੇ, ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਆ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਆ
ਕਹਿੰਦੀ ਮੈਂ 50 ਕਰੋੜ ਰੁਪਈਆ ਭੇਜਿਆ ਸੀ, ਅਫਸਰਾਂ ਨੇ 50 ਕਰੋੜ ਰੁਪਈਆ ਲਾਇਆ ਨਹੀਂ। ਉਹ 50 ਕਰੋੜ ਰੁਪਈਆ ਉਹਨਾਂ ਨੇ ਕਿੱਥੋਂ ਲਿਆਂਦਾ? ਇਹ ਵੱਡਾ ਸਵਾਲ ਹੈ ਨਾ, ਕਿ ਪੰਜਾਬ ਸਰਕਾਰ ਨੇ ਉਹ 50 ਕਰੋੜ ਰੁਪਈਆ ਦਿੱਤਾ ਜਿਹੜਾ ਉਹਨਾਂ ਨੇ ਲਾਇਆ, ਔਰ ਉਹ ਕਿਹਨੇ ਖਾ ਲਿਆ? ਇਹ ਉਹਨਾਂ ਦਾ ਚਲੋ ਦੋਸ਼ ਸਾਈਡ ਦੇ ਉੱਤੇ ਜਿਹੜਾ ਜੀ ਉਹ ਰੱਖ ਦਿਓ। ਜਿਹੜੀ ਇੱਕ ਸਕੱਤਰ ਪੰਜਾਬ ਨੇ, ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਇੱਕ ਚਿੱਠੀ ਉਹ ਲਿਖਦੇ ਆ, ਉਹਦੇ ਵਿੱਚ ਵੀ ਉਹ ਇਹਦਾ ਜ਼ਿਕਰ ਕਰਦੇ ਆ ਕਿ ਗ੍ਰਾਮ ਪੰਚਾਇਤ ਪੱਬਰਾਂ ਦੇ ਬੈਂਕ ਖਾਤਿਆਂ ਦੇ ਵਿੱਚੋਂ ਰਕਮ ਕਢਵਾਉਣ ਦੇ ਉੱਤੇ ਰੋਕ ਲਾਈ ਗਈ ਸੀ, ਜਦੋਂ ਕਿ ਇਹ ਅਦਾਇਗੀਆਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਹੋਇਆਂ ਕਰ ਦਿੱਤੀਆਂ ਗਈਆਂ। ਸਮਝਣਾ ਤੁਸੀਂ ਇਹਨੂੰ, ਖਾਤਿਆਂ ਦੇ ਉੱਤੇ ਰੋਕ ਲਾਈ ਗਈ ਸੀ ਕਿ ਪੈਸੇ ਨਹੀਂ ਕਢਵਾਏ ਜਾ ਸਕਦੇ, ਉਹ ਪੈਸੇ ਕਢਵਾ ਲਏ ਗਏ। ਉਹ ਪੈਸੇ ਕਿੰਨਾ ਕੰਮਾਂ ਲਈ ਕਢਵਾ ਲਏ ਗਏ, ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਡਿਟੇਲ ਦੇ ਵਿੱਚ ਜਿਹੜਾ ਉਹ ਦੱਸਦਾ ਕਿ ਹੋਇਆ ਕੀ ਆ ਅਸਲ ਦੇ ਵਿੱਚ। ਅੱਛਾ, ਹੁਣ ਜਿਹੜੇ ਇਸੇ ਤਰ੍ਹਾਂ ਦੀ ਇੱਕ ਚਿੱਠੀ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ ਜਾਰੀ ਕੀਤੀ ਜਾਂਦੀ ਆ, ਔਰ ਉਹ ਇਹ ਕਹਿੰਦੀ ਆ ਕਿ ਸ਼ੰਭੂ ਕਨਾਂ ਦੀ ਤੈਨਾਤੀ ਦੇ ਦੌਰਾਨ ਉਹਨਾਂ ਨੇ 2020 ਤੇ 2021 ਦੇ ਵਿੱਚ ਗ੍ਰਾਮ ਪੰਚਾਇਤ ਪੱਬਰਾਂ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਦੀਆਂ ਸਿੱਧੀਆਂ ਅਦਾਇਗੀਆਂ ਕੀਤੀਆਂ ਗਈਆਂ, ਜਿਹੜੀ ਕੁੱਲ ਰਕਮ ਹੈ 1,51,37,818 ਰੁਪਈਏ। ਉਹ ਕਹਿੰਦੇ ਆ ਕਿ ਜਦੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਜਿਹੜੇ ਕਿ 26/11/2020 ਨੂੰ ਹੋਏ ਸੀਗੇ ਕਿ ਬੈਂਕ ਖਾਤਿਆਂ ਦੇ ਵਿੱਚੋਂ ਰਕਮ ਕਢਾਉਣ ਦੇ ਉੱਤੇ ਰੋਕ ਲਾਈ ਗਈ ਆ, ਤੇ ਫਿਰ ਤੁਸੀਂ ਇਹ ਰਕਮ ਕਿਵੇਂ ਕਢਾ ਲਈ? ਬਸ ਇੱਥੇ ਇਹ ਚੀਜ਼ ਜਿਹੜੀ ਆ ਉਹ ਤੁਹਾਨੂੰ ਸਮਝਣੀ ਪਊਗੀ। ਪੰਚਾਇਤਾਂ ਨੂੰ ਜਾਰੀ ਕੀਤੀ ਜਿਹੜੀ ਗ੍ਰਾਂਟ ਦਾ ਖਰਚ ਦਾ ਵੇਰਵਾ ਦੱਸਿਆ ਗਿਆ 17 ਕਰੋੜ ਤੇ 35 ਲੱਖ, ਔਰ ਗ੍ਰਾਮ ਪੰਚਾਇਤ ਪੱਬਰਾਂ ਦੇ ਵੱਲੋਂ ਕੀਤੇ ਗਏ ਕੰਮਾਂ ਦੇ ਸਿੱਧੇ ਤੌਰ ਦੇ ਉੱਤੇ ਫਰਮਾਂ ਨੂੰ ਜਿਹੜੀ ਬਲਾਕ ਸੰਮਤੀ ਸ਼ੰਭੂ ਦੇ ਵੱਲੋਂ ਕੀਤੀ ਗਈ ਅਦਾਇਗੀ ਆ ਉਹ 1 ਕਰੋੜ 51 ਲੱਖ ਹੈ, ਤੇ ਟੋਟਲ 18 ਕਰੋੜ 86 ਲੱਖ ਰੁਪਈਏ ਦੀ ਇਹ ਗਬਨ ਹੈ ਜਿਹੜਾ ਕਿ ਕੀਤਾ ਗਿਆ ਸਿੱਧੇ ਦੇ ਰੂਪ ਦੇ। ਇਹ ਸਰਕਾਰੀ ਚਿੱਠੀਆਂ ਨੇ ਸਾਰੀਆਂ, ਟੋਟਲ ਸਬੂਤ ਮੇਰੇ ਕੋਲੇ ਮੌਜੂਦ ਨੇ। ਮੈਂ ਤੁਹਾਨੂੰ ਪੇਪਰ ਚੁੱਕ ਕੇ ਵੀ ਦਿਖਾਉਣਾ ਕਿ ਪੇਪਰ ਕਿੰਨੇ ਨੇ। ਇਹ ਥੱਬਾ ਹੈ ਇੱਕ ਪੇਪਰਾਂ ਦਾ, ਪੂਰੇ ਦਾ ਪੂਰਾ ਥੱਬਾ। ਇਹ ਗੱਲ ਜਿਹੜੀ ਕਹੀ ਗਈ ਆ ਮੁੜ ਕੇ ਇੱਕ ਜਿਹੜੀ 24/2/2022 ਨੂੰ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਆ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ। ਉਹ ਚਿੱਠੀ ਇਹ ਕਹਿੰਦੀ ਆ ਕਿ ਗੁਰਮੇਲ ਸਿੰਘ ਜਿਹੜਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹੈ, ਉਹਦੀ ਮੁਅੱਤਲੀ ਅਧੀਨ ਜਿਹੜਾ ਇਹਦੇ ਵਿੱਚ ਸਾਰੇ ਦੋਸ਼ ਦੱਸੇ ਗਏ ਕਿ ਉਹਨੂੰ ਮੁਅੱਤਲ ਕਿਉਂ ਕੀਤਾ ਜਾਂਦਾ। ਇਹ ਕਿਹਾ ਗਿਆ ਕਿ ਉਹਨੂੰ ਸੂਚਨਾ ਦਿੱਤੀ ਗਈ ਹੈ ਕਿ ਉਹ ਆਪਣਾ ਜਵਾਬ ਤਿਆਰ ਕਰਨ ਤੇ ਸੰਬੰਧਿਤ ਦਫ਼ਤਰੀ ਰਿਕਾਰਡ ਨੂੰ ਉਹ ਇਹਦੇ ਸੰਬੰਧੀ ਪੇਸ਼ ਕਰਨ। ਗੁਰਮੇਲ ਸਿੰਘ, ਅੱਛਾ ਹੁਣ ਸਵਾਲ ਇਹ ਆ ਜਾਂਦਾ ਕਿ ਗੁਰਮੇਲ ਸਿੰਘ ਕੌਣ ਆ? ਉਹ BDPO ਹੈ ਉੱਥੋਂ ਦਾ ਜਿਹੜਾ। ਔਰ ਆਕੜੀ ਦੇ ਵਿੱਚ ਐਕਚੁਅਲੀ ਕਦੋਂ ਕਹਾਣੀ ਇਹ ਸਾਹਮਣੇ ਆਉਂਦੀ ਆ, ਆਕੜੀ ਦੇ ਕੁਝ ਲੋਕ ਦੱਸਦੇ ਆ ਕਿ ਸਾਡੇ ਪਿੰਡ ਦੀ ਮਿੱਟੀ ਪਿਛਲੇ ਦਿਨਾਂ ਤੋਂ ਲਗਾਤਾਰ ਪੁੱਟੀ ਜਾ ਰਹੀ ਆ। ਉਹ ਗੁਰਮੇਲ ਸਿੰਘ ਨੂੰ ਫੋਨ ਕਰਦੇ ਆ। ਗੁਰਮੇਲ ਸਿੰਘ ਕਹਿੰਦਾ ਵੀ ਮੈਂ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕਰ ਸਕਦਾ, ਮੈਨੂੰ ਨਹੀਂ ਪਤਾ ਕੋਈ ਮਿੱਟੀ ਪੁੱਟੀ ਜਾਂਦੀ ਹੈ। ਜਦੋਂ ਉਹ ਸਾਰੇ ਲੋਕ ਕਹਿੰਦੇ ਨੇ ਕਿ ਸਾਡੀ ਸੁਣ ਨਹੀਂ ਰਿਹਾ, ਮੇਰੀ ਗੁਰਮੇਲ ਸਿੰਘ ਦੇ ਨਾਲ ਗੱਲ ਹੋਈ। ਮੈਂ ਗੁਰਮੇਲ ਸਿੰਘ ਨੂੰ ਫੋਨ ਕੀਤਾ ਨਿੱਜੀ ਤੌਰ ਦੇ ਉੱਤੇ, ਮੇਰੇ ਕੋਲੇ ਉਹਦੀ ਰਿਕਾਰਡਿੰਗ ਵੀ ਮੌਜੂਦ ਆ। ਮੈਂ ਉਹਨੂੰ ਕਿਹਾ ਕਿ ਤੇਰੇ ਏਰੀਏ ਦੇ ਵਿੱਚ ਆਕੜੀ ਪਿੰਡ ਦੇ ਵਿੱਚੋਂ ਮਿੱਟੀ ਪੁੱਟੀ ਜਾ ਰਹੀ ਆ ਤੇ ਤੂੰ ਉਹਨੂੰ ਰੋਕਦਾ ਕਿਉਂ ਨਹੀਂ? ਉਹ ਅੱਗੋਂ ਇਹ ਗੱਲ ਕਹਿੰਦੀ ਮੇਰੀ ਡਿਊਟੀ ਤਾਂ ਵੋਟਾਂ ਦੇ ਵਿੱਚ ਲੱਗੀ ਹੋਈ ਆ, ਮੈਨੂੰ ਨਹੀਂ ਪਤਾ ਕੋਈ ਇਦਾਂ ਦੀ ਮਿੱਟੀ ਜਿਹੜੀ ਆ ਉਹ ਪੁੱਟੀ ਜਾ ਰਹੀ ਆ। ਐਕਚੁਅਲੀ ਕੀ ਆ ਕਿ ਇਹ ਬਲਾਕ ਸ਼ੰਭੂ ਕਲਾਂ ਦੀਆਂ ਗ੍ਰਾਮ ਪੰਚਾਇਤਾਂ ਨੇ, ਇੱਕ ਅੱਧੀ ਨਹੀਂ, ਸੁਣਿਓ ਕਿਹੜੀਆਂ ਨੇ, ਤਖਤੂ ਮਾਜਰਾ, ਆਕੜੀ, ਸੇਰਾ, ਸੇਰੀ, ਪੱਬਰਾ, ਇਹਨਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੇ ਜਿਹੜੀਆਂ ਅਕਵਾਇਰ ਕੀਤੀਆਂ ਜਾਂਦੀਆਂ ਨੇ IT ਪਾਰਕ ਦੇ ਨਾਮ ਦੇ ਹੇਠ। ਉਹ ਅਕਵਾਇਰ ਕਰਕੇ ਪੈਸਾ ਪੰਚਾਇਤਾਂ ਦੇ ਕੋਲੇ ਆਉਂਦਾ, ਫਿਰ ਉਸ ਪੈਸੇ ਨੂੰ ਹੜੱਪਣ ਦੀ ਵਿਉਂਤਬੰਦੀ ਜਿਹੜੀ ਆ ਉਹ ਕੀਤੀ ਜਾਂਦੀ ਹੈ। ਇਹ ਸਾਰਾ ਮਾਮਲਾ ਜਿਹੜਾ ਇਹ ਉਹ ਅੱਜ ਇੱਕ ਇੰਨੇ ਪੇਪਰ ਆ 2 ਆ 3 ਮਤਲਬ ਕਿ ਥੱਬਿਆਂ ਦੇ ਹਿਸਾਬ ਦੇ ਨਾਲ ਇਹ ਪੇਪਰ ਨੇ। ਇੱਕ ਚੀਜ਼ ਦਾ ਪ੍ਰੂਫ ਹੈ, ਜੇ ਕੋਈ ਵਿਅਕਤੀ ਇਹ ਪ੍ਰੂਫ ਇਹ ਆਖੇ ਕਿ ਉਂਝ ਹੀ ਦੋਸ਼ ਜਿਹੜੇ ਉਹ ਲਾਏ ਜਾ ਰਹੇ ਆ। ਪੰਚਾਇਤਾਂ ਦੇ ਨਾਂ ਤੁਹਾਨੂੰ ਦੱਸ ਦਿੱਤੇ ਆ ਕਿ ਇਹਨਾਂ ਪੰਚਾਇਤਾਂ ਦੇ
ਕੋਲੇ ਪੈਸੇ ਆਉਂਦੇ ਆ, ਇਹ ਸ਼ਾਮਲਾਟ ਜ਼ਮੀਨਾਂ ਦੇ ਜਿਹੜੀ ਅਕਵਾਇਰ ਕੀਤੀ ਜਾਂਦੀ ਹੈ। ਇਹ ਜਿਹੜੀਆਂ ਸਾਰੇ ਪੇਪਰ ਨੇ ਇਹ ਵੱਖ-ਵੱਖ ਸਮੇਂ ਦੇ ਉੱਤੇ ਕੀਤੀਆਂ ਗਈਆਂ ਜਾਂਚ ਦੇ ਪੇਪਰ ਨੇ। ਜੇ ਮੈਂ ਇਹ ਪੜ੍ਹਨ ਲੱਗ ਗਿਆ ਪੇਪਰ ਤੇ ਕਈ ਘੰਟਿਆਂ ਦੀ ਵੀਡੀਓ ਇਹ ਬਣ ਜਾਣੀ ਹੈ, ਉਹ ਤਾਂ ਮੈਂ ਤੁਹਾਨੂੰ ਨਹੀਂ ਦੱਸਣੀ। ਇਸ ਕਰਕੇ ਨਹੀਂ ਉਹ ਪੜ੍ਹਨੀ ਕਿ ਉਹ ਵੇਸਟ ਹੋਊਗਾ ਜਿਹੜਾ ਉਹ ਸਮਾਂ ਆਪਣਾ। ਜਿਹੜੇ ਇਹ ਜਾਂਚ ਕੀਤੀ ਜਾਂਦੀ ਹੈ ਦਿਲਾਵਰ ਕੌਰ ਹੋਰਾਂ ਦੇ ਵੱਲੋਂ ਕੀਤੀ ਜਾਂਦੀ ਹੈ, BDPO ਜਿਹੜੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਸਾਈਨ ਕੀਤੇ ਜਾਂਦੇ ਆ। ਫਿਰ ਇਹਨਾਂ ਪੈਸਿਆਂ ਦੇ ਉੱਤੇ ਸਟੇ ਲੱਗ ਜਾਂਦਾ ਕਿ ਤੁਸੀਂ ਇਹ ਪੈਸੇ ਜਿਹੜੇ ਆ ਉਹ ਵਰਤੇ ਨਹੀਂ ਜਾ ਸਕਦੇ। ਬਕਾਇਦਾ ਤੌਰ ਦੇ ਉੱਤੇ ਤਰੀਕ ਪਾ ਕੇ ਇਹ ਸਾਈਨ ਸਾਰੇ ਕੀਤੇ ਜਾਂਦੇ ਆ। ਅੱਛਾ, ਹੁੰਦਾ ਕੀ ਆ, ਇਹ ਪੈਸੇ ਹੁਣ ਕਢਾਉਣੇ ਕਿਵੇਂ ਨੇ ਪੰਚਾਇਤਾਂ ਦੇ, ਉਹਦੇ ਵਾਸਤੇ ਇੱਕ ਵਿਉਂਤਬੰਦੀ ਕੀਤੀ ਜਾਂਦੀ ਆ, ਉਹਦੇ ਵਾਸਤੇ ਇੱਕ ਤਰੀਕਾ ਜਿਹੜਾ ਉਹ ਲੱਭਿਆ ਜਾਂਦਾ। ਸੀਵਰੇਜ ਦਾ ਕੰਮ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਆ। ਗੰਦੇ ਪਾਣੀ ਦੀ ਨਿਕਾਸੀ ਦੇ ਵਾਸਤੇ ਪੈਸੇ ਜਿਹੜੇ ਉਹ ਕਢਾ ਲਏ ਜਾਂਦੇ ਆ। ਛੱਪੜ ਪੁੱਟਣ ਪੱਕਾ ਕਰਨ ਤੇ ਸੀਚੇਵਾਲ ਮਾਡਲ ਲਾਗੂ ਕਰਨ ਦੇ ਉੱਤੇ ਪੈਸੇ ਜਿਹੜੇ ਆ ਉਹ ਕਢਵਾ ਲਏ ਜਾਂਦੇ ਆ। ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਵਾਸਤੇ ਪੈਸੇ ਕਢਵਾ ਲਏ ਜਾਂਦੇ ਆ। ਸ਼ਮਸ਼ਾਨ ਘਾਟ ਦੀ ਉਸਾਰੀ ਦੇ ਵਾਸਤੇ ਪੈਸੇ ਕਢਵਾ ਲਏ ਜਾਂਦੇ ਆ। ਜੰਝ ਘਰ ਦੀ ਉਸਾਰੀ ਦੇ ਵਾਸਤੇ ਪੈਸੇ ਕਢਵਾ ਲਏ ਜਾਂਦੇ ਆ। ਆਂਗਨਵਾੜੀ ਸੈਂਟਰ ਦੀ ਉਸਾਰੀ ਦੇ ਵਾਸਤੇ ਪੈਸੇ ਕਢਵਾ ਲਏ ਜਾਂਦੇ ਆ। ਸਾਰੇ ਡਿਟੇਲ ਜਿਹੜੀ ਆ ਕੱਲੇ ਜਿਹਦੇ ਉੱਤੇ ਇਹ ਪੈਸੇ ਜਿਹੜੇ ਆ ਪੂਰੇ ਦੇ ਪੂਰੇ ਕਢਵਾਏ ਗਏ ਆ, ਜਿਨ੍ਹਾਂ ਚੀਜ਼ਾਂ ਦੇ ਉੱਤੇ ਇਹ ਪੈਸੇ ਕਢਵਾਉਣ ਤੇ ਰੋਕ ਲੱਗੀ ਹੋਈ ਆ ਕਿ ਤੁਸੀਂ ਇਹ ਪੈਸੇ ਨਹੀਂ ਕਢਵਾ ਸਕਦੇ ਟਿਲ ਇਹਦਾ ਫੈਸਲਾ ਨਹੀਂ ਜਿਹੜਾ ਹੋ ਜਾਂਦਾ, ਜਿਹੜੇ ਸਰਕਾਰ ਦੇ ਵੱਲੋਂ ਇਹ ਪੈਸੇ ਦਿੱਤੇ ਗਏ ਆ। ਔਰ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ 28/12/2020 ਨੂੰ ਮੀਟਿੰਗ ਹੁੰਦੀ ਆ। ਰਾਜ ਕੌਰ ਜਿਹੜੇ ਚੇਅਰਪਰਸਨ ਨੇ ਡਿਸਟ੍ਰਿਕਟ ਪ੍ਰੀਸ਼ਦ ਪਟਿਆਲਾ ਦੀ ਪ੍ਰਧਾਨਗੀ ਦੇ ਹੇਠ, ਉਹਦੇ ਵਿੱਚ ਜਿਹੜੇ ਮੈਂਬਰ ਸ਼ਾਮਲ ਹੁੰਦੇ ਆ ਉਹਦੇ ਵਿੱਚ ਸਾਰੇ ਹੀ ਨੇ। ਇਹਦੇ ਵਿੱਚ MLA ਹਲਕਾ ਘਨੌਰ ਵੀ ਨੇ ਕਿਉਂਕਿ MLA ਹਲਕਾ ਇਹ ਪੈਂਦਾ। ਨਿਰਮਲ ਸਿੰਘ ਸ਼ਤਰਾਣਾ MLA ਜਿਹੜੇ ਸ਼ਤਰਾਣਾ ਨੇ ਉਹ ਵੀ ਸ਼ਾਮਲ ਹੁੰਦੇ ਨੇ। ਇਹ 2020 ਦੀ ਜਿਹੜੀ ਆ ਵਾਈਸ ਚੇਅਰਮੈਨ ਡਿਸਟ੍ਰਿਕਟ ਪ੍ਰੀਸ਼ਦ ਸ਼ਾਮਲ ਹੁੰਦੇ ਆ। ਇਹਦੇ ਵਿੱਚ ਜਿਹੜੇ ਫੈਸਲੇ ਲਏ ਜਾਂਦੇ ਆ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਇਹ ਪੈਸੇ ਜਿਹੜੇ ਆ ਉਹ ਕਢਵਾਏ ਨਹੀਂ ਜਾ ਸਕਦੇ। ਮੇਨ ਜਿਹੜਾ ਇਹਦੇ ਵਿੱਚ ਪਰਪਸ ਜਿਹੜਾ ਉਹ ਹੈਗਾ। ਅੱਛਾ, ਉਸ ਤੋਂ ਬਾਅਦ ਕੀ ਹੁੰਦਾ, ਜਿਹੜੇ ਸਬੂਤ ਨੇ ਉਹ ਇਹ ਦੱਸਦੇ ਨੇ ਇਹ ਪੈਸੇ ਵੱਖ-ਵੱਖ ਚੈੱਕਾਂ ਦੇ ਰਾਹੀਂ ਕਢਵਾਏ ਕਿਵੇਂ ਜਾਂਦੇ ਆ। ਤੁਸੀਂ ਦੇਖ ਸਕਦੇ ਹੋ ਇਹ ਚੈੱਕਾਂ ਦੀਆਂ ਕਾਪੀਆਂ ਨੇ। ਰਾਜਪੁਰਾ ਜਿਹੜੀ ਬ੍ਰਾਂਚ ਹੈ ਬੈਂਕ ਦੀ ਉਹਦੇ ਵਿੱਚੋਂ ਪੈਸੇ ਕਢਵਾਏ ਜਾਂਦੇ ਆ। ਸੈਲਫ ਚੈੱਕ ਲਿਖੇ ਹੋਏ ਆ ਜਿਹੜੇ ਇਹ ਪੈਸੇ ਕਢਵਾਏ ਗਏ ਆ। ਅੱਛਾ, ਗਿਲ ਟ੍ਰੇਡਿੰਗ ਹੈ ਕੋਈ ਜਿਹਦੇ ਨਾਂ ਦੇ ਉੱਤੇ ਇਹ ਪੈਸੇ ਕਢਵਾਏ ਜਾਂਦੇ ਆ। ਇਹ ਪੂਰੇ ਪੇਪਰ ਹਰ ਤਰ੍ਹਾਂ ਦਾ ਪ੍ਰੂਫ ਜਿਹੜਾ ਉਹ ਮੌਜੂਦ ਹੈ ਜੀ। ਗਿਲ ਟ੍ਰੇਡਿੰਗ ਹੈ ਕੋਈ ਜਿਹੜੀ ਕਿ ਇਹ ਪੈਸੇ ਕਢਾਉਂਦੀ ਹੈ। ਕੋਈ ਦਿਨੇਸ਼ ਕੁਮਾਰ ਹੈ ਜਿਹੜਾ ਕਿ ਇਹ ਪੈਸੇ ਕਢਾਉਂਦਾ। ਫਿਰ ਗਿਲ ਟ੍ਰੇਡਿੰਗ ਦੇ ਨਾਂ ਦੇ ਉੱਤੇ ਪੈਸੇ ਉਹ ਕਢਵਾਏ ਜਾਂਦੇ ਨੇ। ਇੱਕ ਅੱਧਾ ਚੈੱਕ ਨਹੀਂ ਗਾ, ਇਹ ਲੰਬੀ ਚੌੜੀ ਲਿਸਟ ਹੈ ਚੈੱਕਾਂ ਦੇ ਰੂਪ ਦੇ ਵਿੱਚ। ਕੋਈ ਚੈੱਕ 8 ਲੱਖ ਜਿਹੜਾ ਉਹਦਾ ਹੈ, ਕੋਈ 8,67,03,99 ਦਾ ਜਿਹੜਾ ਉਹ ਚੈੱਕ ਹੈ। ਬੜੇ ਮੋਟੇ ਚੈੱਕ ਜਿਹੜੇ ਨੇ ਉਹ ਕਢਵਾਏ ਗਏ ਨੇ। ਕੀਤਾ ਕੀ ਗਿਆ, ਵਰਨ ਸਿੰਗਲਾ ਉਹਦੇ ਨਾਂ ਦੇ ਉੱਤੇ ਚੈੱਕ ਇਹ ਨਿਕਲੇ ਹੋਏ ਨੇ। ਕਢਵਾਏ ਕਿੱਥੇ ਜਾਂਦੇ ਆ? ਮੈਂ ਫੇਰ ਕਹੂੰਗਾ ਕਿ ਇਹ ਬਹੁਤ ਲੰਬਾ ਚੌੜਾ ਜਿਹੜਾ ਜੀ ਉਹ ਹੋ ਜਾਣਾ। ਇਹ ਸਵਾਲ ਇਹ ਆ ਕਿ ਤੁਸੀਂ 5-4 ਸਰਪੰਚਾਂ ਨੂੰ ਮੁਅੱਤਲ ਕਰਕੇ BDPO ਨੂੰ ਮੁਅੱਤਲ ਕਰਕੇ ਜੇ ਕਹੋਗੇ ਕਿ ਇਹਦੇ ਨਾਲ ਸਾਰੀ ਸਮੱਸਿਆ ਹੱਲ ਹੋ ਜੂਗੀ, ਨਹੀਂ। ਜਿਹੜੀਆਂ ਇਹ ਚਿੱਠੀਆਂ ਪਿੰਡਾਂ ਵਾਲੇ ਲੋਕ ਜਿਹੜੇ ਆ ਉਹ ਲਿਖਦੇ ਆ ਥਾਂ ਦੇ ਉੱਤੇ ਇਨਕੁਆਇਰੀ ਦੇ ਵਾਸਤੇ 7/7/21 ਨੂੰ। ਇਹ ਕਿਹਨੂੰ ਲਿਖੀ ਗਈ ਆ? ਪ੍ਰਧਾਨ ਮੰਤਰੀ ਨੂੰ ਲਿਖੀ ਗਈ ਆ, ਮੁੱਖ ਮੰਤਰੀ ਨੂੰ ਲਿਖੀ ਗਈ ਆ, SC ਕਮਿਸ਼ਨਰ ਨੂੰ ਲਿਖੀ ਗਈ ਆ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਜਿਹੜੀ ਆ ਉਹ ਚਿੱਠੀ ਲਿਖੀ ਗਈ ਆ। ਇਹ ਕਿਹਾ ਕਿ ਗ੍ਰਾਮ ਪੰਚਾਇਤ ਪਿੰਡ ਆਕੜੀ ਦੇ ਵੱਲੋਂ ਪਿੰਡ ਆਕੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਖੇਡਣ ਵਾਲੀ ਜ਼ਮੀਨ ਦੇ ਵਿੱਚ ਗਲਤ ਤਰੀਕੇ ਦੇ ਨਾਲ ਮੈਰਿਜ ਪੈਲੇਸ ਬਣਾਇਆ ਜਾ ਰਿਹਾ। ਕੌਣ ਬਣਾ ਰਿਹਾ ਮੈਰਿਜ ਪੈਲੇਸ? ਉਹ ਕੰਸਟਰਕਸ਼ਨ ਕੰਪਨੀਆਂ ਕਿਹਦੀਆਂ ਨੇ? ਬਸ ਜੇ ਤੁਸੀਂ ਇਹ ਪੁਆਇੰਟ ਸਮਝ ਲਓਗੇ ਤੇ ਸਾਰੀ ਕਹਾਣੀ ਤੁਹਾਨੂੰ ਸਮਝ ਆ ਜੂਗੀ। ਇਹ ਕੰਪਨੀਆਂ ਕਿਹਦੀਆਂ ਨੇ, ਇਹ ਪੇਮੈਂਟ ਕਿਹਨੂੰ ਜਿਹੜੀ ਉਹ ਜਾ ਰਹੀ ਆ ਅਸਿੱਧੇ ਰੂਪ ਦੇ ਵਿੱਚ।
ਉਹ ਇਹ ਕਹਿੰਦੇ ਆ ਕਿ ਬੱਚਿਆਂ ਦੇ ਖੇਡਣ ਵਾਲੀ ਜ਼ਮੀਨ ਦੇ ਨਾਲ ਬਿਲਕੁਲ ਬੱਚਿਆਂ ਦਾ ਸਕੂਲ ਮੌਜੂਦ ਹੈ। ਇਸ ਸਕੂਲ ਦੇ ਨਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ, ਜਿਹੜਾ ਕਿ ਸਾਡਾ ਆਸਥਾ ਦਾ ਕੇਂਦਰ ਹੈ। ਇਹ ਪਿੰਡ ਵਾਲੇ ਲਿਖ ਰਹੇ। ਇਹਦੇ ਲਈ ਉਕਤ ਬੱਚਿਆਂ ਦੇ ਮੈਦਾਨ ਦੇ ਵਿੱਚ ਮੈਰਿਜ ਪੈਲੇਸ ਦੀ ਉਸਾਰੀ ਨਹੀਂ ਕੀਤੀ ਜਾਣੀ ਚਾਹੀਦੀ। ਸਕੂਲ ਦੇ ਨਾਲ ਮੈਰਿਜ ਪੈਲੇਸ ਨਹੀਂ ਬਣ ਸਕਦਾ, ਇਹ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਉਹ ਇਹ ਕਹਿੰਦੇ ਨੇ ਕਿ ਅੱਛਾ, ਇੱਕ ਬੜਾ ਹੈਰਾਨੀਜਨਕ ਇਹਦੇ ਵਿੱਚ ਚੀਜ਼ ਆਉਂਦੀ ਆ। 11 ਬੱਚੇ ਨੇ ਪਿੰਡ ਦੇ, 21 ਕਮਰੇ ਪਾਏ ਜਾ ਰਹੇ ਨੇ। 11 ਬੱਚਿਆਂ ਲਈ 21 ਕਮਰੇ ਪਾਏ ਜਾ ਰਹੇ ਨੇ। ਇਹਨਾਂ ਪਿੰਡਾਂ ਦੇ ਵਿੱਚ, ਇੱਕ ਪਿੰਡ ਦੇ ਵਿੱਚ 5-5 ਫੁੱਟ ਦੇ ਉੱਤੇ ਸਮਰਸੀਬਲ ਪੰਪ ਲਾਏ ਗਏ ਆ। 5-5 ਫੁੱਟ ਤੇ ਵੋਟਾਂ ਪੱਕੀਆਂ ਕਰਨ ਦੇ ਵਾਸਤੇ, ਇੱਕ ਪੈਸੇ ਖਾਣ ਦੇ ਵਾਸਤੇ, ਕਿਉਂਕਿ ਉਹ ਕੰਟਰੈਕਟ ਕਿਸੇ ਕੰਪਨੀ ਨੂੰ ਦਿੱਤਾ ਗਿਆ। ਹਰ ਘਰ ਦੇ ਮੂਹਰੇ ਸਮਰਸੀਬਲ ਪੰਪ ਲਾ ਦਿੱਤਾ ਗਿਆ, ਜਿਹੜਾ ਕਿ ਲੱਗ ਹੀ ਨਹੀਂ ਸਕਦਾ, ਲੱਗ ਹੀ ਨਹੀਂ ਸਕਦਾ। ਉਹਦੇ ਪੈਸੇ ਜਿਹੜੇ ਆ ਉਹ ਕਢਵਾ ਲਏ ਗਏ ਕਿ ਐਸ ਜਗ੍ਹਾ ਦੇ ਉੱਤੇ ਪੈਸੇ ਪਏ ਨੇ, ਉਹ ਚੈੱਕਾਂ ਦੇ ਰੂਪ ਦੇ ਵਿੱਚ ਕਢਵਾ ਲਏ ਗਏ। ਜਿਹੜਾ ਮੈਰਿਜ ਪੈਲੇਸ ਬਣ ਰਿਹਾ, ਜਿਹੜਾ ਸਕੂਲ ਬਣ ਰਿਹਾ, ਉਹ ਕੌਣ ਬਣਾ ਰਿਹਾ? ਜੇ ਤੁਸੀਂ ਉਹਦੇ ਤੋਂ ਉਹਨੂੰ ਸਮਝ ਲਓਗੇ ਤੇ ਕਹਾਣੀ ਫੇਰ ਸਾਰੀ ਸਮਝ ਆ ਜਾਂਦੀ ਹੈ। ਇਸ ਸਭ ਕਾਸੇ ਦੇ ਪਿੱਛੇ ਜਿਹੜਾ ਜੀ ਉਹ ਕੌਣ ਹੈ? ਗ੍ਰਾਮ ਸਭਾ ਜਿਹੜੀ ਉਹ ਬੁਲਾਉਣ ਦੀਆਂ ਸਾਰਾ ਕੁਝ ਕੀਤਾ ਗਿਆ। ਆਕੜੀ ਪਿੰਡ ਆ, ਜਿਵੇਂ ਮੈਂ ਤੁਹਾਨੂੰ ਸਾਰੇ ਪਿੰਡ ਜਿਹੜੇ ਜੀ ਉਹ ਦੱਸੇ ਆ। ਹੈਰਾਨਗੀ ਇਸ ਗੱਲ ਦੀ ਆ, ਇਹਨਾਂ ਪਿੰਡਾਂ ਦੇ ਵਿੱਚ ਕੁਝ ਬੇਹੱਦ ਸੁਚੇਤ ਲੋਕ ਨੇ, ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਬੜੀ ਵੱਡੀ ਹੈ। ਉਹ ਇਹ ਕਹਿੰਦੇ ਆ ਕਿ ਸਾਡੀਆਂ ਪੰਚਾਇਤਾਂ ਦਾ ਪੈਸਾ, ਇਹ ਪੰਚਾਇਤਾਂ ਦਾ ਪੈਸਾ ਸਾਡੇ ਪਿੰਡਾਂ ਦੇ ਅਕਾਊਂਟਾਂ ਦੇ ਵਿੱਚ ਰਵੇ। ਅਸੀਂ ਇਹ ਪੈਸੇ ਦੇ ਵਿਆਜ ਦੇ ਨਾਲ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਾਉਣੀ ਚਾਹੁੰਦੇ ਹਾਂ। ਸਮਝ ਗਏ ਹੁਣ ਤੁਸੀਂ? ਜ਼ਮੀਨਾਂ ਹੜੱਪ ਲੀਆਂ ਸਰਕਾਰ ਨੇ ਇੱਕ ਲਾ ਕੇ ਨਾਮ, ਅੱਗੋਂ ਜਦੋਂ ਪੈਸਾ ਆਇਆ ਫਿਰ ਉਹਨੂੰ ਹੜੱਪਣ ਦੇ ਵਾਸਤੇ ਉਹ ਕਰੋੜਾਂ ਰੁਪਏ ਡਿਫਰੈਂਟ ਚੈੱਕਾਂ ਦੇ ਰੂਪ ਦੇ ਵਿੱਚ ਜਿਹੜੇ ਉਹ ਕਢਵਾ ਲਏ ਗਏ। ਔਰ ਇਹ ਚੈੱਕਾਂ ਦੀਆਂ ਪੂਰੀਆਂ, ਹਰ ਬਕਾਇਦਾ ਚੈੱਕ ਨੰਬਰ ਹੈ ਇਹਦੇ ਉੱਤੇ, ਕਿਸ ਚੈੱਕ ਦੇ ਰਾਹੀਂ ਕਿਸ ਬੈਂਕ ਦੇ ਵਿੱਚ ਜਿਹੜਾ ਉਹ ਪੈਸਾ ਗਿਆ। ਇਹ ਤੁਸੀਂ 4 ਪੰਚਾਇਤਾਂ ਨੂੰ, ਸਰਪੰਚਾਂ ਨੂੰ ਸਸਪੈਂਡ ਕਰਕੇ, 2-3 ਅਫਸਰਾਂ ਨੂੰ ਸਸਪੈਂਡ ਕਰਕੇ ਤੁਸੀਂ ਕੀ ਇਹ ਸਿੱਧ ਕਰਨਾ ਚਾਹੁੰਦੇ ਹੋ ਕਿ ਇਹਦੇ ਨਾਲ ਇਹ ਘਪਲਾ ਜਿਹੜਾ ਉਹ ਦੱਬਿਆ ਜਾਊਗਾ? ਬਹੁਤ ਵੱਡਾ ਘਪਲਾ ਇਹ ਘਪਲਾ ਕਈ 100 ਕਰੋੜ ਰੁਪਏ ਦਾ ਹੈ, ਕਈ 100 ਕਰੋੜ ਰੁਪਏ ਦਾ। ਕਰਨ ਵਾਲੇ ਕੌਣ ਨੇ? ਅਸਲ ਦੇ ਵਿੱਚ ਪੋਲੀਟੀਸ਼ੀਅਨ ਨੇ, ਜਿਨ੍ਹਾਂ ਦਾ ਨਾਮ ਜਿਹੜਾ ਉਹ ਸਾਹਮਣੇ ਨਹੀਂ ਅਜੇ ਆ ਰਿਹਾ। ਜੇ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ, ਸਰਪੰਚ ਕੌਣ ਨੇ, ਸਰਪੰਚਾਂ ਨੂੰ ਕਿਹਨੇ ਲਾਇਆ, ਉਹਨਾਂ ਨੂੰ ਕਿਹਨੇ ਇਹ ਅਥਾਰਟੀ ਦਿੱਤੀ ਕਿ ਤੁਸੀਂ ਬੈਂਕਾਂ ਦੇ ਵਿੱਚੋਂ ਪੈਸਾ ਕਢਾ ਲਓ? ਕਿਤੇ ਨਾ ਕਿਤੇ ਇਹਨਾਂ ਨੇ ਜਿਹੜੀ ਉਹ ਦਿੱਤੀ। ਜਿਹੜੀਆਂ ਇਹ ਜ਼ਮੀਨਾਂ ਇੱਥੇ ਜਿਨ੍ਹਾਂ ਦੇ ਪੈਸੇ ਆਏ ਆ, ਜਿਨ੍ਹਾਂ ਜ਼ਮੀਨਾਂ ਦੇ, ਉਹ ਪੂਰੀ ਡਿਟੇਲ ਹੈ, ਕਿੰਨੇ ਕਰੋੜ ਕਿਹੜੀ ਜਿਹੜੀ ਆ ਉਹਦਾ ਆਇਆ। ਔਰ ਇਹਦੇ ਵਿੱਚ ਕੁਝ ਰਜਿਸਟਰੀਆਂ ਉਹ ਵੀ ਮੌਜੂਦ ਨੇ ਕਿ ਕਿੰਨਾਂ ਨੇ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਇਹਦੇ ਵਿੱਚੋਂ ਪੈਸੇ ਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਉਹ ਬਾਹਰ ਜਾ ਕੇ ਖਰੀਦ ਲਈਆਂ। ਪੈਸੇ ਕਢਾਉਣ ਦਾ ਤਰੀਕਾ ਇੱਕ ਬੜਾ, ਮੈਂ ਕਹਿੰਦਾ ਜੀ ਇੰਨੇ ਇਹ ਲੋਕ ਸ਼ੈਤਾਨ ਨੇ, ਮੂਹਰੇ ਲਾਤੇ ਕੁਝ ਲੋਕ, ਉਹਨਾਂ ਦੇ ਰਾਹੀਂ ਪੈਸਾ ਕਢਾ ਲਿਆ, ਆਪ ਉਹਦੇ ਵਿੱਚੋਂ ਸਾਈਡ ਦੇ ਉੱਤੇ ਹੋ ਗਏ। ਜੇ ਇਸ ਘਪਲੇ ਨੂੰ ਦੇਖਣਾ ਤਾਂ ਤੁਹਾਨੂੰ ਇਹ ਦੇਖਣਾ ਪਊਗਾ ਕਿ ਉਹ ਕੰਪਨੀਆਂ ਕਿਹਦੀਆਂ ਨੇ। ਕੀ ਤੁਸੀਂ ਮੰਨ ਸਕਦੇ ਹੋ ਕਿ ਕਿਸੇ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ, ਉਹ ਲੈਟਸ ਸੇ ਸਕੂਲ ਬਣਾਉਣ ਦਾ ਠੇਕਾ ਦਿੱਤਾ ਗਿਆ, ਉਹ ਠੇਕਾ ਸਪੋਜ਼ 10 ਕਰੋੜ ਰੁਪਏ ਦਾ ਹੈ, ਸਪੋਜ਼ ਉਹਦੇ ਵਿੱਚ ਤੁਸੀਂ ਉਹਨੂੰ 8 ਕਰੋੜ ਰੁਪਈਆ ਜਾਰੀ ਕਰ ਦਿਓਗੇ ਠੇਕਾ ਦਿੰਦੇ ਸਰ? ਸਰਕਾਰ ਜਾਰੀ ਕਰ ਦੂਗੀ? ਨਹੀਂ ਕਰ ਸਕਦੀ। 5% ਜਿਹੜਾ ਉਹ ਪਹਿਲਾਂ, 10% ਉਦੋਂ ਬਾਅਦ, ਫਿਰ 15%, ਜਿਵੇਂ ਵੀ ਉਹ ਤੈਅ ਹੁੰਦਾ, ਕਿੰਨੀ ਬਿਲਡਿੰਗ ਬਣੀ ਜਾਂਦੀ ਹੈ, ਕਿੰਨੇ ਪੈਸੇ ਜਾਰੀ ਕੀਤੇ ਜਾਂਦੇ। ਇਹਦੇ ਵਿੱਚ ਮੈਕਸਿਮਮ ਪੈਸਾ ਸ਼ੁਰੂਆਤੀ ਦੌਰ ਦੇ ਵਿੱਚ ਜਾਰੀ ਕਰ ਦਿੱਤਾ ਗਿਆ। ਪੂਰੇ ਦਾ ਪੂਰਾ ਘੱਗਰ ਦਰਿਆ ਪੁੱਟ ਕੇ ਖਾ ਗਏ। ਜਿਹੜੀਆਂ ਇਹ ਬਣਾਏ ਗਏ ਮੈਰਿਜ ਪੈਲੇਸ ਵਗੈਰਾ, ਕਹਿੰਦੇ ਉਹਦੀ ਬੇਸਮੈਂਟ ਬਣਾਉਣੀ ਹੈ, ਉਹ ਮਿੱਟੀ ਪੁੱਟ ਕੇ ਵੱਖਰੀ ਵੇਚ ਦਿੱਤੀ ਗਈ।
ਆਕੜੀ ਫਿਲਮ ਦੀ ਆਕੜੀ ਪਿੰਡ ਦੀ ਇੱਕ ਮੈਂ ਵੀਡੀਓ ਜਿਹੜੀ ਪਾਈ ਸੀ ਕੁਝ ਦਿਨ ਪਹਿਲਾਂ ਕਿ ਉੱਥੇ ਲਗਾਤਾਰ ਮਿੱਟੀ ਪੁੱਟੀ ਜਾ ਰਹੀ ਹੈ। ਜਿੱਥੇ ਮੈਂ ਤੁਹਾਨੂੰ ਗੱਲ ਕਰਦਾ ਕਿ ਗੁਰਮੇਲ ਸਿੰਘ ਨਾਲ ਮੈਂ ਗੱਲ ਕੀਤੀ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਉੱਥੇ ਮਿੱਟੀ ਪੁੱਟੀ ਜਾ ਰਹੀ ਹੈ। ਜੇ ਹੁਣ ਅਫਸਰਾਂ ਨੂੰ ਨਹੀਂ ਪਤਾ ਤੇ ਫਿਰ ਕਿਹਨੂੰ ਪਤਾ, ਕਿਹਨੇ ਅੱਗੇ ਰਿਪੋਰਟ ਕਰਨੀ ਹੈ? ਕੌਣ ਮਿੱਟੀਆਂ ਤੱਕ ਖਾ ਗਿਆ, ਕੌਣ ਰੇਤਾ ਤੱਕ ਖਾ ਗਿਆ ਇਹਨਾਂ ਪਿੰਡਾਂ ਦੀ? ਇਹਨਾਂ ਜਿਹੜੀਆਂ ਪੰਚਾਇਤਾਂ ਨੇ ਨਾ, ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਉਹ ਕਿਸੇ ਵੀ ਤਰੀਕੇ ਦੀਆਂ ਜ਼ਮੀਨਾਂ ਨੇ, ਸ਼ਾਮਲਾਟ ਨੇ, ਉਂਝ ਨੇ, ਉਹਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਕਿ ਕੋਈ ਉਸ ਜ਼ਮੀਨ ਨੂੰ ਵੇਚ ਨਾ ਸਕੇ। ਮਿਊਨਿਸਪੈਲਿਟੀਆਂ ਖਤਮ ਕਰਤੀਆਂ ਹਰੇਕ ਚੀਜ਼ ਕਰਕੇ, ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲ ਨੂੰ ਹੋ ਤੁਰੇ ਵੀ ਉਹ ਵੀ ਖਤਮ ਕਰ ਦਿਓ ਸਾਰਾ ਕੁਝ। ਨਵੀਂ ਸਰਕਾਰ ਜਿਹਦੀ ਵੀ ਬਣਦੀ ਹੈ ਉਹ ਤੁਰੰਤ ਰੱਦ ਕਰੇ ਇਸ ਫੈਸਲੇ ਨੂੰ ਕਿ ਨਹੀਂ, ਜਿਹੜੀਆਂ ਉਹ ਲਈਆਂ ਜਾ ਸਕਦੀਆਂ ਪੰਚਾਇਤ ਦੀਆਂ ਜ਼ਮੀਨਾਂ ਕਿਸੇ ਵੀ ਪਰਪਸ ਦੇ ਵਾਸਤੇ ਨਹੀਂ ਲਈਆਂ ਜਾ ਸਕਦੀਆਂ। ਕੁਝ ਸਮੇਂ ਦੇ ਵਾਸਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ। ਔਰ ਇਹ ਜਿਹੜੇ 5-4 ਸਰਪੰਚਾਂ ਨੂੰ ਮੁਅੱਤਲ ਕਰਕੇ, 2-3 ਅਫਸਰਾਂ ਨੂੰ ਮੁਅੱਤਲ ਕਰਕੇ ਇਹ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਜਿੰਨੀ ਦੇਰ ਤੱਕ ਇਹ ਸਾਰੇ ਦੇ ਵਿੱਚ ਨਹੀਂ ਜਾਂਦਾ, ਤੁਸੀਂ ਇਹ ਵੀਡੀਓ ਕਿਸੇ ਅਫਸਰ ਸਹਿਬਾਨ ਤੱਕ, ਜੇ ਤੁਹਾਨੂੰ ਕੋਈ ਸਵਾਲ ਕਰੇ ਕਿ ਸਬੂਤ ਕੀ ਹੈ, ਸਬੂਤ ਮੇਰੇ ਕੋਲੇ ਮੌਜੂਦ ਨੇ, ਉਹਨੂੰ ਆਪਣੇ ਤੌਰ ਦੇ ਉੱਤੇ ਕਢਵਾ ਲੈਣ। ਮੈਂ ਇਹ ਕੋਈ ਸਬੂਤ ਕਿਸੇ ਨੂੰ ਅੱਗੇ ਇਸ ਕਰਕੇ ਦੇਣ ਦੇ ਵਾਸਤੇ ਨਹੀਂ ਰੱਖੇ ਹੋਏ ਕਿ ਮੈਂ ਪ੍ਰੋਵਾਈਡ ਕਰੂੰਗਾ, ਨੋ। ਉਹ ਆਪਣੇ ਤੌਰ ਦੇ ਉੱਤੇ ਸਬੂਤ ਕਢਵਾਉਣ ਕਿ ਕੌਣ ਲੋਕ ਨੇ, ਕਿੰਨਾ ਨੇ ਇਹ ਪੈਸੇ ਖਾਧੇ, ਕਿਹਦੀਆਂ ਕੰਪਨੀਆਂ ਨੂੰ ਇਹ ਕੰਟਰੈਕਟ ਦਿੱਤੇ ਗਏ ਪਟਿਆਲਾ ਡਿਸਟ੍ਰਿਕਟ ਦੀਆਂ, ਔਰ ਇਹ ਪੈਸੇ ਪੰਚਾਇਤਾਂ ਦੇ ਨੇ। ਪੰਚਾਇਤਾਂ ਦੇ ਪੈਸੇ ਇਉਂ ਕਿਵੇਂ ਨਹੀਂ ਖਾਧੇ ਜਾ ਸਕਦੇ? 1% ਨਹੀਂ ਖਾਧੇ ਜਾ ਸਕਦੇ। ਸਕੂਲ ਦੇ ਨਾਲ ਕੀ ਮੈਰਿਜ ਪੈਲੇਸ ਬਣ ਸਕਦਾ? ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਕੀ ਮੈਰਿਜ ਪੈਲੇਸ ਬਣ ਸਕਦਾ? 5-5 ਫੁੱਟ ਦੇ ਉੱਤੇ ਕੀ ਸਮਰਸੀਬਲ ਪੰਪ ਲਾਏ ਜਾ ਸਕਦੇ ਆ? ਜੇ ਇਹ ਹੋ ਸਕਦਾ ਹੈ ਤੇ ਫਿਰ ਇਹ ਸਾਰਾ ਕੁਝ ਜਿਹੜਾ ਉਹ ਕਾਨੂੰਨੀ ਤੌਰ ਦੇ ਉੱਤੇ ਹੋਇਆ, ਨਹੀਂ ਤਾਂ ਇਹ ਗੈਰ ਕਾਨੂੰਨੀ ਆ। ਔਰ ਇਹਦੇ ਪਿੱਛੇ ਸਿੱਧਮ ਸਿੱਧਾ ਜਿਹੜਾ ਜੀ ਉਹ ਹੱਥ ਪੋਲੀਟੀਸ਼ੀਅਨ ਦਾ ਹੈ, ਪੋਲੀਟੀਸ਼ੀਅਨਾਂ ਦਾ ਹੈ। ਕਈ 100 ਕਰੋੜ ਰੁਪਈਏ ਦਾ ਇਹ ਘਪਲਾ ਕਰਕੇ ਇਹਨਾਂ ਜਿਹੜੇ ਪਿੰਡ ਨੇ ਉਹਨਾਂ ਦੀ ਜ਼ਮੀਨ ਹੜੱਪ ਲਈ ਗਈ ਆ। ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਜਿਹੜਾ ਉਹਦਾ ਪੈਸਾ ਆਇਆ ਉਹ ਸਾਰੇ ਦਾ ਸਾਰਾ ਲਗਭਗ ਜਿਹੜਾ ਉਹ ਬਿਲੇ ਲਾ ਦਿੱਤਾ ਗਿਆ। ਇਹਦਾ ਸਾਰਾ ਜਿਹੜਾ ਇਨਵੈਸਟੀਗੇਸ਼ਨ ਹੋ ਕੇ ਇਹ ਪੈਸਾ ਵਾਪਸ ਲਿਆ ਜਾਣਾ ਚਾਹੀਦਾ। ਜਿੰਨੀਆਂ ਵੀ ਇਹ ਜ਼ਮੀਨਾਂ ਨੇ, ਤਖਤੂ ਮਾਜਰਾ, ਆਕੜੀ, ਸੇਰਾ, ਸੇਰੀ, ਪੱਬਰਾ, ਜਿੰਨੀਆਂ ਇਹ ਜ਼ਮੀਨਾਂ ਨੇ, ਇਹਨਾਂ ਦੇ ਪੈਸੇ ਜਿਹੜੇ ਆਏ ਨੇ, ਪਹਿਲੀ ਤਾਂ ਗੱਲ ਉਹ ਪਾਬੰਦੀ ਲੱਗਣੀ ਚਾਹੀਦੀ ਹੈ। ਜੇ ਉੱਥੇ IT ਪਾਰਕ ਹੁਣ ਤੱਕ ਨਹੀਂ ਬਣਿਆ, ਉਹ ਜ਼ਮੀਨਾਂ ਇਹਨਾਂ ਪਿੰਡਾਂ ਨੂੰ ਵਾਪਸ ਹੋਣੀਆਂ ਚਾਹੀਦੀਆਂ ਨੇ। ਜਿਹੜੇ ਪੈਸੇ ਇਹਨਾਂ ਨੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕਢਵਾ ਲਏ ਆ, ਉਹ ਇਹਨਾਂ ਤੋਂ ਵਾਪਸ ਲਏ ਜਾਣੇ ਚਾਹੀਦੇ, ਕਿਉਂਕਿ ਇਹ ਇਹਨਾਂ ਪਿੰਡਾਂ ਦੀ ਜਾਇਦਾਦ ਹੈ। ਇਹਨਾਂ ਪਿੰਡਾਂ ਦੇ ਲੋਕਾਂ ਨੂੰ ਮੂਹਰੇ ਆਉਣਾ ਚਾਹੀਦਾ, ਬੋਲਣਾ ਚਾਹੀਦਾ ਬਿਨਾਂ ਕਿਸੇ ਡਰ ਭਾਵ ਤੋਂ। ਮੇਰੇ ਵਰਗੇ ਬਹੁਤ ਸਾਰੇ ਲੋਕ ਉਹਨਾਂ ਦੀ ਮਦਦ ਕਰਨਗੇ ਮੂਹਰੇ ਆ ਕੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।